सत्कारयोग समूह EGSAI STR अध्यापक साथियों, लगातार अपना 2003 तो लैके हुण तक जिहड़ा संघर्ष आ ਉਹਦੇ ਵਿੱਚ ਆਪਣਾ ਰੈਗੂਲਰ ਦੀ ਜਿਹੜੀ ਮੰਗ ਅਜੇ ਤੱਕ ਨਹੀਂ ਸੀ ਮੰਨੀ ਗਈ। ਸਰਕਾਰਾਂ ਅੱਗੇ ਵੀ ਆਉਂਦੀਆਂ ਰਹੀਆਂ, ਹੁਣ ਵੀ ਚੱਲ ਰਹੀਆਂ ਨੇ, ਉਦੋਂ ਵੀ ਕੁਝ ਨਹੀਂ ਹੋਇਆ, ਹੁਣ ਵੀ ਆਪਾਂ ਲਗਾਤਾਰ ਆਪਣਾ ਜ਼ੋਰ ਲਾਈ ਜਾਂਦੇ ਆ। ਸੋ ਆਪਣਾ ਮੇਨ ਕੰਮ ਆ ਸੰਘਰਸ਼ ਕਰਨਾ। ਸੰਘਰਸ਼ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਾਂ ਕਰਦੇ ਆ ਰਹੇ ਹਾਂ। ਹੁਣ ਵੀ ਆਪਣਾ ਪੱਕਾ ਤਰਨਾੜਾ ਸੰਗਰੂਰ ਦੇ ਵਿੱਚ ਲੱਗਾ ਹੋਇਆ। ਮੈਂ ਬਹੁਤੀ ਗੱਲ ਡਿਟੇਲ 'ਚ ਨਹੀਂ ਕਰਨੀ, ਸਾਰੀਆਂ ਗੱਲਾਂ ਤੁਹਾਨੂੰ ਪਤਾ ਹੀ ਆ। ਆਪਣੇ ਬਹੁਤ ਹੀ ਸਤਿਕਾਰਯੋਗ ਜਿਹੜੀ ਵਲੰਟੀਅਰ ਯੂਨੀਅਨ ਆ ਐਜੂਕੇਸ਼ਨ ਪ੍ਰੋਵਾਈਡਰ ਸਾਥੀ ਜਿਹੜੇ ਕੱਲ ਜਸਵੀਰ ਮੋਗਾ ਜੀ ਜਿਹੜੇ ਆਪਣੇ ਆਪ ਨੂੰ ਪੰਜਾਬ ਪ੍ਰਧਾਨ ਕਹਾਉਂਦੇ ਆ, ਬਹੁਤ ਹੀ ਰਿਸਪੈਕਟ ਦਿੰਦੇ ਆ ਅਸੀਂ ਉਹਨਾਂ ਨੂੰ। ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ ਕੱਲ ਲਾਈਵ ਹੋ ਕੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਉਹਨਾਂ ਨੇ HP ਜੁਆਇਨ ਕਰ ਲਿਆ, ਸਾਡੇ ਵੱਲੋਂ ਉਹਨਾਂ ਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ। ਔਰ ਜਿਹੜੀ ਉਹਨਾਂ ਦਾ ਕੇਡਰ ਆ ਉਹਨਾਂ ਦੇ ਲਈ ਵੀ ਉਹ ਬੜਾ ਵਧੀਆ ਸੰਘਰਸ਼ ਕਰ ਰਿਹਾ, ਬੜਾ ਵਧੀਆ ਪਲੇਟਫਾਰਮ ਉਹਨਾਂ ਨੇ ਤਿਆਰ ਕੀਤਾ ਹੋਇਆ, ਜਿਹਦੇ ਵਿੱਚ ਸਾਨੂੰ ਡਿਟੇਲ ਕੱਲ ਪਤਾ ਲੱਗੀ ਆ। ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਦਾ, ਉਹਨਾਂ ਨੇ ਬੜੇ ਅਲੱਗ ਜੀ ਡਿਫਰੈਂਟ ਜਿਹੜੀ ਵਰਡਿੰਗ ਸਾਡੀ ਜਥੇਬੰਦੀ ਦੀ ਯੂਜ਼ ਕੀਤੀ ਆ। ਉਹਨਾਂ ਦੇ ਇੱਕ ਸਾਥੀ ਨੇ ਇੱਕ ਰਿਕਾਰਡਿੰਗ ਵੀ ਪਾਈ ਆ, ਜਿਹਦੇ ਵਿੱਚ ਉਹ ਬੜੀ ਭੱਦੀ ਸ਼ਬਦਾਵਲੀ ਵਰਤੀ ਆ, ਉਹਦੇ ਵਿੱਚ ਗਾਲ ਵੀ ਕੱਢੀ ਆ ਔਰ ਕਿਹਾ ਕਿ ਆਪਾਂ ਸਾਰੇ ਵਲੰਟੀਅਰ ਐਜੂਕੇਸ਼ਨ ਪ੍ਰੋਵਾਈਡਰ EGSAI ਲਟਰਮ ਪਟਰਮ। ਸੋ ਵੀਰੇ ਪਤਾ ਕੀ ਸੰਘਰਸ਼ ਹੈ, ਤੁਸੀਂ ਵੀ ਰਹੇ ਅਸੀਂ ਵੀ ਰਹੇ। ਸਭ ਤੋਂ ਪਹਿਲਾਂ ਆਪਾਂ ਅਧਿਆਪਕ ਆ, ਅਧਿਆਪਕ ਦੇ ਤੌਰ ਤੇ ਰਿਸਪੈਕਟ ਦਿਓ ਔਰ ਰਿਸਪੈਕਟ ਲਓ, ਪਹਿਲਾ ਕੰਮ। ਦੂਜੀ ਗੱਲ ਮੁੱਦੇ ਤੇ ਆਉਣਾ ਮੈਂ, ਤੁਸੀਂ ਕਹਿ ਰਹੇ ਆ ਕਿ ਸਰਕਾਰ NTT ਜਿਹੜੀ ਕਰਾ ਰਹੀ ਆ 1 ਸਾਲ ਦੀ ਕਰਾ ਰਹੀ ਆ ਔਰ ਉਸ ਤੋਂ ਬਾਅਦ ਆਪਣੀ ਇੱਕ ਆਸ ਦੀ ਕਿਰਨ ਬਣ ਗਈ, ਅਸੀਂ ਰੈਗੂਲਰ ਹੋਣ ਜਾ ਰਹੇ ਹਾਂ। ਮੰਨ ਲਿਆ ਤੁਹਾਡੀ ਗੱਲ, ਅਸੀਂ ਰੈਗੂਲਰ ਹੋਣ ਜਾ ਰਹੇ ਹਾਂ, ਪਰ ਸੋਚੋ 2003 ਤੋਂ ਲੈ ਕੇ ਅਧਿਆਪਕ ਸਾਥੀਓ, ਐਜੂਕੇਸ਼ਨ ਪ੍ਰੋਵਾਈਡਰ ਸਾਥੀਓ, ਸਾਡੀ ਗੱਲ ਛੱਡੋ, ਤੁਸੀਂ ਕਲਾਸਾਂ ਲਈਆਂ, ਬਕਾਇਦਾ ਤੁਹਾਡੇ ਨਾਮ ਤੇ ਕਲਾਸਾਂ ਨੇ। ਐਜੂਕੇਸ਼ਨ ਡਿਪਾਰਟਮੈਂਟ ਦਾ ਕਿਹੜਾ ਕੰਮ ਆ ਜਿਹੜਾ ਤੁਹਾਡੇ ਤੋਂ ਬਗੈਰ ਐਜੂਕੇਸ਼ਨ ਡਿਪਾਰਟਮੈਂਟ ਕਰ ਪਾਇਆ? ਸਾਰੇ ਹੀ ਕੰਮ ਤੁਸੀਂ ਕੀਤੇ ਨੇ। ਅੱਜ ਵੀ ਤੁਹਾਡੇ ਨਾਮ ਤੇ ਕਲਾਸਾਂ ਬੋਲ ਰਹੀਆਂ ਨੇ, ਰਿਜ਼ਲਟ ਬੋਲ ਰਹੇ ਨੇ ਕੀ ਪੰਜਾਬ ਦੇ ਉੱਪਰ। ਸਾਡਾ ਤੇ ਸਾਈਡ ਤੇ ਰਹਿਣ ਦਿਓ। ਤੁਸੀਂ ਵੇਖੋ ਵੀ ਤੁਹਾਡਾ ਜਿਹੜਾ ਕੀਤਾ ਕਰਾਇਆ 2003 ਤੋਂ ਲੈ ਕੇ ਹੁਣ ਤੱਕ ਖੂਚ ਪਾਤਾ ਇਹਨਾਂ ਨੇ, ਬਿਲਕੁਲ ਜ਼ੀਰੋ ਕਰਤਾ। ਹੁਣ ਤੁਹਾਨੂੰ ਜ਼ੀਰੋ ਲੈਵਲ ਤੋਂ ਉੱਪਰ ਚੱਕਣ ਲੱਗੇ ਆ। ਕ੍ਰਿਸ਼ਨ ਕੁਮਾਰ ਦੀ ਜਿਹੜੀ ਚਾਲ ਆ ਉਹੀ 1 ਸਾਲ ਦੀ NTT ਜਿਹੜੀ ਅਸੀਂ ਕਾਂਟਾ ਮਾਰ ਕੇ ਆਏ ਸੀ, ਅਸੀਂ ਅੱਜ ਵੀ ਕਹਿੰਦੇ ਆ, ਉਹਨੂੰ ਕਿਹਾ ਸੀ ਵੀ ਆ ਚੱਕ ਕੇ ਡਸਟਬਿਨ 'ਚ ਮਾਰ, ਇਹੋ ਜੀ ਪਾਲਿਸੀ ਸਾਨੂੰ ਨਹੀਂ ਚਾਹੀਦੀ। ਅਸੀਂ ਅੱਜ ਵੀ ਉਸ ਗੱਲ ਤੇ ਬਰਕਰਾਰ ਹਾਂ। ਰਹੀ ਗੱਲ ਸੰਘਰਸ਼ਾਂ ਦੀ, ਜਸਵੀਰ ਮੋਗਾ ਜੀ ਸ਼ਾਇਦ ਤੁਹਾਨੂੰ ਸੰਘਰਸ਼ ਦੇ ਵਿੱਚ ਆਉਣਾ ਬੁਰਾ ਲੱਗਦਾ ਹੋਊਗਾ ਕਿਉਂਕਿ ਤੁਸੀਂ ਕੁਰਸੀ ਤੇ ਆ ਗਏ ਆ, ਅਸੀਂ ਇਹਦੇ ਬਾਰੇ ਨਹੀਂ ਗੱਲ ਕਰਦੇ। ਪਰ ਜਿਹੜਾ ਕੇਡਰ ਆ ਤੁਹਾਡਾ ਸਮੂਹ ਕੇਡਰ ਲੜਨ ਵਾਲਾ, ਮਿਸਾਲਾਂ ਦਿੰਦੇ ਸੀ ਅਸੀਂ ਵੀ ਕਿ ਪ੍ਰੋਵਾਈਡਰ ਸਾਥੀ ਆ, ਬਹੁਤ ਵੱਡੀ ਯੂਨੀਅਨ ਆ, ਸੰਘਰਸ਼ ਕਰਨ ਵਾਲੇ, ਲੜਨ ਵਾਲੇ ਆ। ਸੋ ਇਹਨਾਂ ਨੂੰ ਪਲੇਟਫਾਰਮ ਤੇ ਲੈ ਕੇ ਆਓ ਸੰਘਰਸ਼ਾਂ ਵਾਲੇ ਤੇ। ਤੁਸੀਂ ਗੱਲ ਕਰਦੇ ਆ NTT 1 ਸਾਲ ਦੀ, ਮੈਂ ਕਲੀਅਰ ਕਰਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ NTT 1 ਸਾਲ ਦੀ ਤੁਸੀਂ ਕਰਵਾਉਣ ਚੱਲ ਗਏ, ਤੁਸੀਂ ਕਹਿ ਰਹੇ ਸ਼ਾਮ ਨੂੰ ਅਸੀਂ ਪਾ ਦਾਂਗੇ, ਤੁਸੀਂ ਕਲਿੱਕ ਕਰਿਓ ਆਪਾਂ ਸਟਾਰਟ ਕਰ ਦੇਣੀ ਆ। ਇਹ ਕਲਿੱਕ ਤੁਸੀਂ ਉਹ SSA ਰਮਸਾਲਾ ਨਾ ਸਮਝੋ ਵੀ ਕਲਿੱਕ ਕਰਕੇ ਤੁਸੀਂ ਇੱਕ ਪੱਕੀ ਪੋਸਟ ਤੇ ਜੁਆਇਨ ਕਰਨ ਜਾ ਰਹੇ ਆ ਕਿ ਸਾਰੇ ਜੁਆਇਨ ਕਰ ਜਾਣਗੇ। ਉਹ ਵੀ ਪਾਲਿਸੀ ਜਿਹੜੀ ਸੀ ਕ੍ਰਿਸ਼ਨ ਕੁਮਾਰ ਹੀ ਜਿਹੜਾ ਚੱਕ ਕੇ 39 ਤੋਂ 15 ਤੇ ਲਏ ਆ। ਹੁਣ ਤੁਹਾਨੂੰ ਇਹਨੇ ਜਿਹੜੇ 10 ਲੈ ਰਹੇ, ਜਿਹੜੇ 6 ਲੈ ਚੱਕ ਕੇ ਤੁਹਾਨੂੰ ਇਹਨਾਂ ਨੇ NTT ਦੇ ਵਿੱਚ ਪਾ ਕੇ ਤੁਹਾਡੇ ਸੰਘਰਸ਼ ਦੇ ਉੱਪਰ ਫੁੱਲ ਸਟਾਪ ਲਾਉਣਾ ਵਾ 1.5-2 ਸਾਲ ਲਈ, ਕਿਉਂਕਿ ਸਰਕਾਰ ਦੇ ਜਿਹੜੇ 2.5 ਸਾਲ ਲੰਘ ਗਏ ਆ, ਪਿੱਛੇ 2 ਰਹਿ ਗਏ ਆ। ਉਹ ਇਹਦਾ ਕੰਮ ਆ ਕਿ ਇਹ ਸੰਘਰਸ਼ਾਂ ਨੂੰ ਰੋਕਣਾ ਤੇਰਾ ਕੰਮ ਆ। ਵਲੰਟੀਅਰ ਜਿਹੜੇ ਇਸ ਟਾਈਮ ਸਭ ਤੋਂ ਵੱਧ ਸੰਘਰਸ਼ ਕਰ ਰਹੇ ਆ, ਇਹ ਰੋਕਣ ਲਈ ਜਿਹੜੀ ਕ੍ਰਿਸ਼ਨ ਕੁਮਾਰ ਦੀ ਚਾਲ ਆ ਉਹਦੇ ਵਿੱਚ ਇਹ ਪ੍ਰੋਵਾਈਡਰ ਸਾਥੀ ਫਸੀ ਜਾਂਦੇ ਆ। 1 ਸਾਲ ਦੀ ਜਿਹੜੀ ਪਾਲਿਸੀ ਤੁਸੀਂ ਕਹਿ ਰਹੇ ਆ, ਤੁਸੀਂ ਮੈਨੂੰ ਇਹ ਗੱਲ ਕਲੀਅਰ ਕਰੋ ਵੀ ਸਾਰੇ ਮੰਨ ਲਓ ਆਪਾਂ 14,000 ਆ, 14,000 ਹੀ ਆਪਾਂ NTT ਕਰਨ ਚਲੇ ਗਏ, ਤੁਸੀਂ ਮੈਨੂੰ ਲਿਖ ਕੇ ਦੇ ਸਕਦੇ ਕਿ 14,000 ਦੇ 14,000 ਹੀ ਆ ਕਲੀਅਰ ਕਰਕੇ ਆ ਜਾਣਗੇ ਇਗਨੋ ਤੋਂ? ਕੋਈ ਇਗਨੋ ਦੇ ਨਾਲ ਤੁਹਾਡੀ ਡੀਲ ਹੋਈ ਆ ਕਿ 14 ਦਾ 14 ਹੀ ਸਾਰਾ ਸਾਡਾ ਵਲੰਟੀਅਰ ਆ ਕਲੀਅਰ ਕਰਕੇ ਆਏਗਾ ਉੱਥੋਂ 1 ਸਾਲ ਦੀ NTT? ਮੰਨ ਲਓ ਕਲੀਅਰ ਕਰਕੇ ਆ ਗਿਆ, ਅੱਗੇ ਤੁਸੀਂ ਮਿਸਾਲਾਂ ਦੇ ਰਹੇ ਆ ਡੇਢ ਨੰਬਰ ਦੀਆਂ। ਕ੍ਰਿਸ਼ਨ ਕੁਮਾਰ ਸਾਨੂੰ ਇਹ ਕਹਿ ਰਿਹਾ ਕਿ ਤੁਸੀਂ 2014 'ਚ ਪ੍ਰੋਪਰ ਜੁਆਇਨ ਕੀਤਾ ਆਰਡਰ ਲੈ ਕੇ, ਉਸ ਤੋਂ ਪਹਿਲਾਂ ਤੁਸੀਂ ਆ ਗਏ, ਤੁਸੀਂ ਚੱਲ ਗਏ, ਤੁਹਾਨੂੰ ਰਿਲੀਵ ਕਰਤਾ, ਤੁਸੀਂ ETT ਕਰਨ ਚੱਲ ਗਏ। ਪ੍ਰੋਪਰ 2014 ਤੋਂ ਅਸੀਂ ਸਕੂਲਾਂ 'ਚ ਬਰਕਰਾਰ ਹਾਂ। ਹੁਣ ਪਿਛਲੀ ਚੀਜ਼ ਨੂੰ ਮੰਨਦਾ ਹੀ ਨਹੀਂ ਉਹ। ਡੇਢ ਨੰਬਰ 14 ਤੋਂ 19 ਤੱਕ ਦੇਖ ਲਓ, 5 ਸਾਲ ਬਣਦੇ। ਚਲੋ ਤੁਹਾਡਾ 2003 ਦਾ ਵੀ ਹੋਊਗਾ, ਤੁਹਾਡੇ 16 ਨੰਬਰ ਬਣਦੇ ਹੋਣਗੇ। ਮੈਨੂੰ ਇੱਕ ਗੱਲ ਦੱਸੋ ਵੀ ਆਪਣੇ ਟਾਈਮ ਦੇ ਵਿੱਚ 55% 60% ਮਸਾਂ ਨੰਬਰ ਆਉਂਦੇ ਸੀ, ਮੇਰੇ 60 ਆ, ਕਿਸੇ ਦੇ ਵੀ ਆ +2 'ਚ ਉਸ ਟਾਈਮ 60 ਹੀ ਹੁੰਦੇ ਸੀ। ਅੱਜ ਜਿਹੜੇ ਫਰੈਸ਼ ਲੋਕ ਆ ਜਿਨ੍ਹਾਂ ਨੇ ਜਨਤਕ ਇਹ ਕਹਿ ਰਿਹਾ ਪੋਸਟਾਂ ਕੱਢਣੀਆਂ, ਉਹ ਸਾਰੇ ਲੋਕ ਜਿਹੜੇ 80 ਤੋਂ ਉੱਪਰ ਵਾਲੇ ਆ +2 ਦੇ ਵਿੱਚੋਂ 80 85 90 95 98 ਤੱਕ ਵੀ ਹੈਗੇ ਆ। NTT ਕਰਕੇ ਬਹੁਤ ਜਨਤਾ ਬੈਠੀ ਆ ਔਰ ਉਹ ਤੁਸੀਂ ਮੈਨੂੰ ਦੱਸੋ, ਮੇਰੇ ਮੰਨ ਲਓ 60 ਆ, ਮੇਰੇ 70 ਆ ਜਾਣਗੇ, ਉਹਦੇ ਵਿੱਚੋਂ 130 ਦੀ ਮੈਰਿਟ ਬਣ ਗਈ, ਠੀਕ ਹੈ। 130 ਦੀ ਜਿਹੜੀ ਮੈਰਿਟ ਆ ਹੁਣ ਤੁਸੀਂ ਉੱਥੇ ਲਾ ਲਓ, ਉਹਨਾਂ ਦੇ 80% ਤਾਂ +2 ਜੀ ਜਿਹੜੇ ਫਰੈਸ਼ ਅਪਲਾਈ ਕਰਨਗੇ ਔਰ 70-80 ਉਹ 'ਚੋਂ ਵੀ ਲੈ ਜਾਣਗੇ। ਮੈਰਿਟ 'ਚ ਤੁਸੀਂ ਵੀ ਥੱਲੇ ਰਹਿ ਜਾਣਾ। ਪਹਿਲੀ ਮਾਰ ਤੁਹਾਨੂੰ ਵੱਜ ਗਈ, ਤੁਸੀਂ ਸਾਰੇ 14,014 ਇਗਨੋ ਤੋਂ ਕਲੀਅਰ ਨਹੀਂ ਕਰ ਸਕਦਾ, ਅੱਧੇ ਉਹ 'ਚ ਰਹਿ ਜਾਣਗੇ। ਉਸ ਤੋਂ ਬਾਅਦ ਜਿਹੜੇ ਕਲੀਅਰ ਵੀ ਕਰਕੇ ਪੋਸਟਾਂ ਕਢਾਉਣੀਆਂ ਔਖੀਆਂ ਹੋ ਜਾਣਗੀਆਂ, ਪੋਸਟਾਂ ਕਢਾਈਆਂ ਗਈਆਂ, ਉਸ ਤੋਂ ਬਾਅਦ ਮੈਰਿਟ 'ਚ ਤੁਸੀਂ ਨਹੀਂ ਆਉਣਾ।
ਸਾਰੇ ਹੀ ਸਾਥੀ ਜਿਹੜੇ ਆ ਇਦਾਂ ਹੀ ਰੁਲ ਜਾਣਗੇ, ਰਹਿ ਜਾਣਗੇ। ਹੱਥ ਜੋੜ ਕੇ ਬੇਨਤੀ ਆ, ਕੁਝ ਬਣ ਲੈਣ ਦਿਓ। ਸੰਘਰਸ਼ਾਂ ਨਾਲ ਹੀ ਅੱਗੇ ਕੰਮ ਹੁੰਦੇ ਆਏ ਆ, ਸੰਘਰਸ਼ਾਂ ਨਾਲ ਹੀ ਆਪਾਂ ਕੰਮ ਕਰਾਉਣੇ ਆ। ਜੇ ਤੁਸੀਂ ਉਹੀ ਚਾਲਾਂ ਰੱਖੀਆਂ ਕਿ ਉਹਦੇ ਮੱਥਾ ਟੇਕਤਾ ਜਾ ਕੇ, ਉਹਦੇ ਗੋਡੀ ਪੈ ਕੇ ਜਾ ਕੇ ਉਹਨੇ ਤੁਹਾਨੂੰ ਪਾਲਿਸੀ, ਮੈਨੂੰ ਇੱਕ ਗੱਲ ਦੱਸੋ, ਪਾਲਿਸੀ ਕਲੀਅਰ ਕਿਉਂ ਨਹੀਂ ਕਰਦੇ ਤੁਸੀਂ ਕਿ ਪਾਲਿਸੀ ਦੇ ਵਿੱਚ ਕੀ ਆ? ਪਾਲਿਸੀ 'ਚ ਕੀ ਗੱਲ ਕਰੀ ਜਾਂਦੇ ਤੁਸੀਂ ਲਗਾਤਾਰ ਵੀ 1 ਸਾਲ ਦੀ ਪਾਲਿਸੀ ਆ ਔਰ 1 ਸਾਲ ਦੀ ਐਂਟੀਟੀ ਆ ਕੇ ਤੁਸੀਂ ਪਤਾ ਨਹੀਂ ਕਿਹੜੇ ਡੀਸੀ ਲੱਗ ਜਾਣਾ। ਉਹ ਮੈਨੂੰ ਇਹ ਦੱਸੋ ਕਲੀਅਰ ਕਰਕੇ ਆ ਗਏ, ਉਸ ਤੋਂ ਬਾਅਦ ਕਿਹੜਾ ਤੁਸੀਂ ਮੈਨੂੰ ਲਿਖ ਕੇ ਦਿਓ, ਸ਼ੋਰਟੀ ਦਿਓ ਵੀ ਸਾਰੇ ਕਲੀਅਰ ਕਰ ਜਾਣਗੇ ਟੈਸਟ? ਕਦੇ ਵੀ ਨਹੀਂ ਕਰਦੇ। ਅੱਧੇ ਐਂਟੀਟੀ ਕਲੀਅਰ ਕਰਨ 'ਚ ਰਹਿ ਜਾਣਗੇ, ਪੇਪਰਾਂ 'ਚ ਫੇਲ ਹੋ ਜਾਣਗੇ, ਅੱਧੇ ਤੁਹਾਡੇ ਟੈਸਟਾਂ 'ਚ ਰਹਿ ਜਾਣਗੇ, ਉਸ ਤੋਂ ਬਾਅਦ ਮੈਰਿਟ 'ਚੋਂ ਰਹਿ ਜਾਣਗੇ। ਬੇੜਾ ਗਰਕ ਹੋ ਜਾਣਾ ਸਾਰੀ ਜਥੇਬੰਦੀ ਦਾ। 14,000 ਤੁਸੀਂ ਗੱਲ ਕਰ ਰਹੇ ਨਾ, 14,000 ਚੋਂ 10,000 ਵੀ ਕਲੀਅਰ ਕਰਕੇ ਪੋਸਟਾਂ ਤੇ ਨਹੀਂ ਆਉਣਾ। ਔਰ ਇਹਦਾ ਜਿਹੜਾ ਟਾਈਮ ਟਪਾਉਣ ਦਾ ਕੰਮ ਆ, ਸਾਲ ਦੀ ਤੁਹਾਡੀ ਐਂਟੀਟੀ 19 ਚੱਲ ਰਿਹਾ, 20 ਤੱਕ ਇਹਨੇ ਇਹ ਕੰਮ ਕਰਨਾ। ਉਸ ਤੋਂ ਬਾਅਦ 20 ਤੋਂ ਬਾਅਦ 6 ਮਹੀਨਿਆਂ ਤੱਕ ਇਹਨੇ ਪੋਸਟਾਂ ਵਾਲੇ ਝੰਡੜ 'ਚ ਪਾਈ ਰੱਖਣਾ। ਆਪਣੇ ਇੱਧਰੋਂ ਕਲੀਅਰ ਨਹੀਂ ਹੋਣੇ, ਅੱਗੇ ਜਾ ਕੇ ਆਪਾਂ ਪੋਸਟਾਂ 'ਚ ਅਪਲਾਈ ਨਹੀਂ ਕਰ ਸਕਣਾ। ਇਹ ਸਾਰਾ ਧੰਦਾ ਹੀ ਚੌਪਟ ਹੋ ਜਾਣਾ। ਸੋ ਸੰਘਰਸ਼ ਕਰ ਲਓ, ਪ੍ਰੋਪਰ ਪੋਸਟ ਤੇ ਲੱਗਾਂਗੇ, ਪ੍ਰੋਪਰ ਪੋਸਟ ਤੇ ਲਾ ਦਿਓ। ਉਸ ਤੋਂ ਬਾਅਦ 6 ਮਹੀਨੇ ਦਾ ਬ੍ਰਿਜ ਕੋਰਸ ਕਰਾਵੇ, ਸਾਲ ਦਾ ਕਰਾਵੇ, 2 ਸਾਲ ਦਾ ਕਰਾਵੇ, ਸਾਨੂੰ ਮਨਜ਼ੂਰ ਆ। ਇਸ ਤੋਂ ਅਗਲੀ ਜਿਹੜੀ ਗੱਲ ਆ ਉਹ ਸਾਥੀ ਦਵਿੰਦਰ ਅੱਗੇ ਰੱਖਣਗੇ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਤੁਹਾਨੂੰ ਪਤਾ ਵੀ ਆਪਣਾ ਪਿਛਲੇ ਮਤਲਬ 8 ਤਰੀਕ ਤੋਂ ਲਗਾਤਾਰ ਸੰਗਰੂਰ ਦੇ ਵਿੱਚ ਧਰਨਾ ਚੱਲ ਰਿਹਾ ਹੈ। ਧਰਨਾ ਚੱਲਦਾ ਰਹੇਗਾ, ਮੈਂ ਕਲੀਅਰ ਕਰ ਦੇਣਾ, ਕਿਉਂਕਿ ਧਰਨਾ ਉਨੇ ਟਾਈਮ ਤੱਕ ਚੱਲਦਾ ਰਹੇਗਾ ਜਿੰਨੇ ਟਾਈਮ ਲਈ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਕੇ ਨਹੀਂ ਜਾਂਦੇ। ਠੀਕ ਹੈ, ਧਰਨੇ ਨੂੰ ਢਾਹ ਲਾਉਣ ਵਾਸਤੇ ਵੱਖ-ਵੱਖ ਮੈਂ ਕਹਿ ਸਕਦਾ ਵੀ ਜਿਹੜੀਆਂ ਜਥੇਬੰਦੀਆਂ ਦੇ ਕੁਝ ਆਗੂ, ਜਿਵੇਂ ਅੱਜ ਕਿਸੇ ਇੱਕ ਨੇ ਆਡੀਓ ਪਾਈ ਆ, ਰਾਤ ਕੋਈ ਲਾਈਵ ਹੋ ਕੇ ਬੋਲ ਰਹੇ ਸੀ। ਵੇਖੋ, ਮੇਰੀ ਬੇਨਤੀ ਆ ਵੀ ਇਹੋ ਜਿਹੀਆਂ ਗੱਲਾਂ ਨਾ ਕਰੋ। ਤੁਸੀਂ ਇੱਕ ਸੰਘਰਸ਼ੀ ਜੇ, ਲੋਕਾਂ ਦਾ ਕੈਰੀਅਰ ਨਾ ਖਰਾਬ ਕਰੋ, ਕਿਉਂਕਿ ਲੋਕਾਂ ਦੀ ਜ਼ਿੰਦਗੀ ਇਸ ਧਰਨੇ ਤੇ ਜੁੜੀ ਹੋਈ ਹੈ। ਧਰਨੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ, ਕੁਝ ਬਣ ਜਾਏਗਾ। ਜੇਕਰ ਤੁਸੀਂ ਵਾਕਈ ਇੰਨਾ ਕਹਿਣਾ ਚਾਹੁੰਦੇ, ਮੇਰੇ 2-3 ਕੁਐਸਚਨ ਨੇ ਤੁਹਾਨੂੰ। ਜੇ ਤੁਸੀਂ ਵਾਕਈ ਚਲੋ ਮੰਨ ਗਏ ਤੁਸੀਂ ਭਗਤ ਸਿੰਘ ਦੇ ਵਾਰਸ, ਜੇ ਤੁਸੀਂ ਬਹੁਤ ਸੱਚੇ ਜੇ, ਤੁਸੀਂ ਐਂ ਕਰ, ਤੂੰ ਜਸਵੀਰ ਤੈਨੂੰ ਮੈਂ ਚੈਲੰਜ ਕਰਦਾ, ਤੂੰ ਐਚਡੀ ਦੀ ਪੋਸਟ ਛੱਡ ਕੇ ਆ ਜਾ, ਐਨਟੀਟੀ ਤੇ ਜੁਆਇਨ ਕਰ ਲਾ। ਤੂੰ ਅੱਜ ਕਲਿੱਕ ਕਰ, ਤੂੰ ਸ਼ਾਮ ਨੂੰ ਲੋਕਾਂ ਨੂੰ ਕਲਿੱਕ ਕਰਾਉਣਾ, ਤੂੰ ਕਰ ਦੇ ਕਲਿੱਕ। ਦੂਜਾ ਕੁਐਸਚਨ ਮੈਨੂੰ ਇਹ ਆ ਵੀ ਤੂੰ ਮੈਨੂੰ ਲੱਗਦਾ ਵੀ ਪੰਜਾਬ ਦੀਆਂ ਸਮੂਹ ਜਥੇਬੰਦੀਆਂ 'ਚ ਇੱਕ ਇਹੋ ਜਿਹਾ ਪਹਿਲਾ ਪੰਜਾਬ ਪ੍ਰਧਾਨ ਹੋਵੇਗਾ ਜਿਹਨੇ ਅੱਜ ਤੱਕ ਰੈਲੀ ਨਹੀਂ ਕੀਤੀ। ਬਿਨਾਂ ਰੈਲੀ ਕੀਤੇ ਤੂੰ ਮੇਰੇ ਨਾਲ ਪੰਜਾਬ ਪ੍ਰਧਾਨ ਤੂੰ ਵੀ ਜਾਏਗਾ। ਇਤਿਹਾਸ 'ਚ ਮੈਨੂੰ ਲੱਗਦਾ ਪਹਿਲਾ ਪੰਜਾਬ ਪ੍ਰਧਾਨ ਹੈ। ਤੀਜਾ ਵੀ ਜਿਹੜਾ ਤੁਸੀਂ ਇੱਕ ਕਿਸੇ ਧਰਨੇ ਦਾ ਸ਼ਰੇਆਮ ਵਿਰੋਧ ਕਰ ਰਹੇ, ਯਾਰ ਮਾੜਾ ਮੋਟਾ ਸੋਚੋ ਨਾ, ਐ ਕਰੋ। ਇੱਕ ਸੀਨੀਅਰ ਤੁਸੀਂ ਆਗੂ ਜੇ, ਧਰਨਿਆਂ ਦਾ ਵਿਰੋਧ ਨਹੀਂ ਹੁੰਦਾ ਕਦੇ ਵੀ, ਜਥੇਬੰਦੀਆਂ ਦਾ ਵਿਰੋਧ ਨਹੀਂ ਹੁੰਦਾ, ਉਹਨਾਂ ਦੇ ਸਾਥ ਦਿੰਦੇ ਨੇ ਲੋਕ। ਖਬਰਾਂ ਲਵਾਉਂਦੇ ਭਰਾਤਰੀ ਜਥੇਬੰਦੀਆਂ ਦੇ ਤੌਰ ਤੇ ਕਿ ਅਸੀਂ ਇਸ ਧਰਨੇ ਦੀ ਸਪੋਰਟ ਕਰਦੇ ਹਾਂ, ਅਸੀਂ ਇਹਨਾਂ ਦੀਆਂ ਮੰਗਾਂ ਨੂੰ ਆਪਣੀਆਂ ਮੰਗਾਂ ਸਮਝਦੇ ਹਾਂ, ਇਹਨਾਂ ਦੀ ਮੰਗਾਂ ਦੇ ਵਿੱਚ ਸ਼ਾਮਲ ਹੁੰਦੇ ਹਾਂ ਤੇ ਉਹਨਾਂ ਦੀਆਂ ਮੰਗਾਂ ਦੇ ਵਿੱਚ ਖੜਦੇ ਹਾਂ। ਇਹ ਤਾਂ ਕੁਐਸਚਨ ਹੈ ਕਿ ਸੀ ਮੇਰੇ ਤੁਹਾਨੂੰ। ਦੂਜੀ ਗੱਲ ਸਾਥੀਓ, ਮੇਰੀ ਆਪਣੇ ਸਾਥੀਆਂ ਨੂੰ ਅਪੀਲ ਆ, ਆਪਣੀ 30 ਤਰੀਕ ਨੂੰ ਆਪਾਂ ਨੂੰ ਮੀਟਿੰਗ ਮਿਲੀ ਆ, ਧਰਨੇ ਤੇ ਵਿਸ਼ਵਾਸ ਰੱਖੋ। ਇਹ ਨਾ ਵਿਸ਼ਵਾਸ ਰੱਖੋ ਵੀ 30 ਤਰੀਕ ਨੂੰ ਮੀਟਿੰਗ ਮਿਲੀ ਉਹਦੇ 'ਚ ਹੱਲ ਹੋਊਗਾ, ਕੋਈ ਗੱਲ ਨਹੀਂ, ਨਾ ਹੱਲ ਹੋਵੇ। ਕਲੀਅਰ ਕਰ ਦਿੰਦੇ ਚਾਹੁੰਦੇ ਆ, ਚਾਹੇ 30 ਨੂੰ ਨਾ ਹੋਵੇ, ਚਾਹੇ ਜਿੰਨਾ ਚਿਰ ਨਾ ਮਰਜ਼ੀ ਹੋਵੇ, ਧਰਨਾ ਉਹਨਾਂ ਚਿਰ ਜਾਰੀ ਰਹੇਗਾ। ਕੁਛ ਲੈ ਕੇ ਆਉਣਾ, ਉਸ ਤੋਂ ਜਿੱਤ ਪ੍ਰਾਪਤ ਕਰਕੇ ਆਵਾਂਗੇ। ਰਹੀ ਗੱਲ ਆਪਣੇ ਜਿਹੜੇ ਸਾਥੀ ਕੁਝ ਬਾਹਰ ਚੱਲ ਰਹੇ, ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਸਾਰਿਆਂ ਨੂੰ ਵਿੱਚ ਲਿਆਇਆ ਜਾਊਗਾ ਬਹੁਤ ਜਲਦੀ ਤੇ ਬਹੁਤ ਵੱਡੇ ਰੂਪ ਦੇ ਵਿੱਚ ਇਸ ਸਰਕਾਰ ਨੂੰ ਜਵਾਬ ਦਿੱਤਾ ਜਾਊਗਾ ਤੇ ਜਿੱਤ 100% ਹੋਊਗੀ। ਤੇ ਮੈਂ